सत्कारयोग गुरु सवारी गुरु प्यारी गुरु का खास रूप खालसा साध संगत जीओ। सतगुरां दी अत्यंत बख्शिश दे सदका सरबत माई भाई गुर सिख संगतां मिल जुल के ਅੰਮ੍ਰਿਤ ਵੇਲੇ ਤੋਂ ਲੈ ਕਰ ਸਤਿਗੁਰਾਂ ਦੀ ਅੰਮ੍ਰਿਤਮਈ ਗੁਰੂ ਬਾਣੀ ਪੜ੍ਹਦੇ ਸੁਣਦੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਜੁੜ ਮਿਲ ਬੈਠ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੋਦ ਦਾ ਆਨੰਦ ਮਾਣਦੇ ਹੋਏ ਸਹਿਬ ਦੇ ਦੀਦਾਰ ਕਰ ਰਹੇ ਹਾਂ। ਮਹਾਰਾਜ ਗੁਰੂ ਕਲਗੀਧਰ ਪਿਤਾ ਦੀਨ ਦੁਨੀ ਦੇ ਮਾਲਕ ਤਿੰਨਾਂ ਦੇ ਸਤਿਕਾਰਯੋਗ ਪਿਤਾ ਸਤਿਗੁਰੂ ਤੇਗ ਬਹਾਦਰ ਮਹਾਰਾਜ ਕਰਨ ਕਾਰਨ ਕਾਦਰ ਸਮਰੱਥ ਗੁਰੂ ਸੱਚੀ ਸਰਕਾਰ ਦੇ ਪਾਵਨ ਪਵਿੱਤਰ ਜੀਵਨ ਨੂੰ ਵਾਚਦਿਆਂ ਹੋਇਆਂ ਮੋਟੇ ਮੋਟੇ ਰੂਪ ਅੰਦਰ ਤੇ ਔਰ ਗੁਰੂ ਕੇ ਇਤਿਹਾਸ ਨੂੰ ਆਪਾਂ ਨੇ ਇਸ ਮੁਕਾਮ ਤੇ ਕੱਲ ਛੱਡਿਆ ਸੀ ਚਾਂਦਨੀ ਦੇ ਚੌਂਕ ਅੰਦਰ ਦਿੱਲੀ ਵਿੱਚ। ਆਓ ਬੜੀ ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਗੁਰਫਤਿਹ ਦਿੱਲੀ ਦੇ ਚਾਂਦਨੀ ਚੌਂਕ ਅੰਦਰ ਹੋਣ ਵਾਲੇ ਸ਼ਹੀਦ ਸਤਿਗੁਰੂ ਉਹਨਾਂ ਦੇ ਚਰਨਾਂ ਦਾ ਧਿਆਨ ਧਰ ਕੇ ਆਪਣੀ ਸੁਰਤ ਨੂੰ ਟਿਕਾ ਕਰਕੇ ਉਸ ਆਲੇ ਉਦਾਲੇ ਖੜੀ ਲੋਕਾਈ ਜਿਹੜੀ ਸ਼ਹਾਦਤਾਂ ਨੂੰ ਦੇਖਣ ਆਈ ਆ ਉਸ ਦੇ ਵਿੱਚ ਖਿਲਾਰ ਕੇ ਸਾਹਮਣੇ ਗੁਰੂ ਤੇਗ ਬਹਾਦਰ ਮਹਾਰਾਜ ਭਾਈ ਮਤੀ ਦਾਸ ਫੱਟਿਆਂ 'ਚ ਜਕੜੇ ਹੋਏ ਨੇ ਔਰ ਖਲਕਨਤ ਆਲੇ ਉਦਾਲੇ ਨੇ ਕਾਜ਼ੀ ਕੋਲ ਖਲਾ ਹੋਇਆ ਹੈ। ਆਓ ਗੁਰੂ ਕੇ ਸਿੱਖਾਂ ਤੇ ਸਤਿਗੁਰਾਂ ਨੂੰ ਔਰ ਗੁਰੂ ਕੀ ਫਤਿਹ ਗਜਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੀ ਸੁਰਤ ਨੂੰ ਟਿਕਾ ਕੇ ਆਪ ਗੁਰੂ ਕੀ ਸੰਗਤ ਚਾਂਦਨੀ ਚੌਂਕ ਦਿੱਲੀ ਦੇ ਵਿੱਚ ਵਿਦਿਤਮਾਨ ਹੋਈਏ। ਸਤਿਗੁਰੂ ਗਰੀਬ ਨਵਾਜ਼ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਸ੍ਰਿਸ਼ਟੀ ਦੀ ਚਾਦਰ ਧਰਮ ਦੀ ਚਾਦਰ ਮਹਾਰਾਜ ਦੀਨ ਦੁਨੀ ਦੇ ਮਾਲਕ ਚਾਹੇ ਰੂਪ ਜ਼ਾਲਮਾਂ ਦੀ ਜੜ ਪੁੱਟਣ ਵਾਸਤੇ ਬਾਦਰ ਬੱਦਲ ਦੀ ਨੁਮਾ ਨੇ ਉਹ ਸੱਚੀ ਸਰਕਾਰ ਦੇ ਨਾਲ ਗੁਰੂ ਕੇ ਸਿੱਖ ਚਾਂਦਨੀ ਚੌਂਕ ਦੇ ਵਿੱਚ ਨੇ ਜਿਨ੍ਹਾਂ ਵਿੱਚੋਂ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਸ਼ਹਾਦਤ ਦੇ ਲਈ ਜਿਨ੍ਹਾਂ ਨੇ ਆਪਣੇ ਆਪ ਨੂੰ ਚੁਣਿਆ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਪਿੰਜਰੇ ਦੇ ਅੰਦਰ ਬੰਦ ਨੇ ਤੇ ਸੱਚੀ ਸਰਕਾਰ ਦੇ ਪਿਆਰੇ ਸਿੱਖ ਭਾਈ ਮਤੀ ਦਾਸ ਦੇ ਸੀਸ ਦੇ ਉੱਪਰ ਆਰਾ ਰੱਖ ਕੇ ਜਦ ਉਹਨਾਂ ਨੇ ਰਗੜਾ ਮਾਰਿਆ ਤੇ ਪੁੱਛਣਾ ਕੀਤਾ ਸੀ
ਕਹਿ ਲੱਗੇ ਦੱਸ ਹੁਣ ਆਰੇ ਦਾ ਸਵਾਦ ਤੂੰ ਤੱਕ ਲਿਆ, ਹੁਣ ਦੱਸਣਾ ਕਰ ਕਿ ਤੂੰ ਕਿਹੜੀ ਗੱਲ ਦਾ ਫੈਸਲਾ ਕਰਦਾ ਹੈ। ਇਹ ਕੱਲ ਵੀ ਆਪਾਂ ਨੇ ਸਰਵਣ ਕੀਤਾ ਹੈ। ਵਿਦਵਾਨ ਕਹਿੰਦੇ 2 ਉਂਗਲਾਂ ਜਦ ਆਰੇ ਸੀਸ ਵਿੱਚ ਪਾਇਆ ਚੀਰ, ਮਤੀ ਦਾਸ ਬੋਲਦੇ ਸੁਨ ਕਾਜੀ ਧਰਤੀਰ, ਰੋਮ ਰੋਮ ਵਿੱਚ ਮੈਡੜੇ ਪ੍ਰੀਤਮ ਵਸਿਆ ਆਪ, ਔਰ ਕਹਿ ਲੱਗੇ ਸਜਣਾ ਜਿਹੜਾ ਨਾ ਤੇਰਾ ਦੀਨ ਨਾ ਲੋੜਸਾਂ, ਧਰਮ ਛੱਡਣਾ ਪਾਪ। ਤੇ ਅਖੀਰ ਤੇ ਕਿਹਾ ਸੀ, ਕਹਿ ਲੱਗੇ ਔਰ ਟੁਕੜੇ ਇਸ ਸਰੀਰ ਦੇ ਉਹ ਕਰੇਂਗੇ ਲੱਖ ਕਰੋੜ, ਕਹਿਣ ਲੱਗੇ ਦੇ ਲੱਖਾਂ ਤੇ ਕਰੋੜਾਂ ਜਿਹੜੇ ਟੁਕੜੇ ਤਨ ਦੇ ਤਾਂ ਹੋ ਸਕਦੇ ਨੇ, ਔਰ ਤੇਰਾ ਧਰਮ ਆਪਣਾ ਧਰਮ ਨਾ ਛੋੜਸਾਂ, ਤੇਰਾ ਦੀਨ ਨਾ ਲੋੜ, ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬੁਨਾਏ, ਸਿਰ ਜਾਂਦਾ ਤੇ ਜਾਣਦੇ ਮੇਰਾ ਸਿੱਖੀ ਸਿਦਕ ਨਾ ਜਾਏ। ਮੇਰਾ ਸਿਦਕ ਮੇਰਾ ਈਮਾਨ ਔਰ ਗੁਰੂ ਤੇ ਰਹਿ ਜਾਵੇ। ਔਰ ਪਿਆਰਿਓ ਸਿੱਖ ਉਹ ਆ ਜਿਹਦਾ ਸਿਦਕ ਨਿਭ ਜਾਵੇ, ਔਰ ਕੇਵਲ ਬਾਹਰੀ ਤਨ ਨੂੰ ਤੱਕ ਕੇ ਅਸੀਂ ਕਹਿ ਦਿੰਦੇ ਜੀ ਇਹ ਤਾਂ ਸਿੱਖ ਆ, ਉਹ ਆ ਕਰਦਾ ਨਹੀਂ। ਸਿਦਕੋਂ ਡੋਲ ਗਿਆ ਹੋਵੇਗਾ। ਜਿਨ੍ਹਾਂ ਦਾ ਸਿਦਕ ਨਿਭਦਾ ਹੈ ਉਹ ਆਪਾਂ ਨਿਸ਼ਾਵਰ ਕਰ ਦਿੰਦੇ ਨੇ। ਜਿਨ੍ਹਾਂ ਦਾ ਸਿਦਕ ਡੋਲਿਆ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆਨੰਦਾਂ ਦੀ ਪੁਰੀ ਦੇ ਵਿੱਚ ਵੀ ਛੱਡ ਦਿੱਤਾ ਸੀ। ਜਿਨ੍ਹਾਂ ਦਾ ਡੋਲਿਆ ਸਿਦਕ, ਮਹਾਰਾਜ ਸੱਚੀ ਸਰਕਾਰ ਦੇ ਕੋਲ ਸਿੱਖ ਅੰਦਰੋਂ ਅਰਦਾਸ ਕਰਦਾ ਹੈ ਕਿ ਮੇਰਾ ਸਿਦਕ ਨਿਭ ਜਾਵੇ, ਔਰ ਮੇਰਾ ਸਿਦਕ ਜਿਹੜਾ ਨਿਭੇ ਮੇਰੀ ਸਿੱਖੀ ਨਿਭ ਜਾਵੇ। ਇਹ ਸਿੱਖ ਦੇ ਅੰਦਰ ਦੀ ਭਾਵਨਾ। ਤੇ ਸਤਿਗੁਰੂ ਮਹਾਰਾਜ ਦਾ ਪਿਆਰਾ ਸਿੱਖ ਕਹਿੰਦਾ ਹੈ, ਜਲਾਦ ਕਾਜੀ ਮੈਨੂੰ ਤੇਰਾ ਆਰਾ ਪਿਆਰਾ ਲੱਗਦਾ ਏ। ਉਹਨੇ ਆਰੇ ਨੂੰ ਰੇਤੀ ਮਾਰੀ ਤੇ ਭਾਈ ਮਤੀ ਦਾਸ ਸਾਹਿਬ ਕਹਿੰਦੇ ਮੈਂ ਮਨ ਨੂੰ ਤਿੱਖਿਆ ਕਰਾਂ। ਤੂੰ ਮਨ ਨੂੰ ਕਾਹਦੇ ਨਾਲ ਤਿੱਖਿਆ ਕਰੇਂਗਾ? ਤੇ ਉਸ ਵੇਲੇ ਭਾਈ ਸਾਹਿਬ ਕਹਿਣ ਲੱਗੇ, ਕਹਿੰਦੇ ਨੇ ਕਿ ਮਨ ਨੂੰ ਤਿੱਖਿਆ ਕਰਾਂਗਾ ਮੈਂ ਜਪਜੀ ਦਾ ਪਾਠ ਪੜਾਂਗਾ। ਔਰ ਉਹਨੇ ਜਪਜੀ ਨੂੰ ਆਰੰਭ ਕੀਤਾ ਤੇ ਉਸ ਜਲਾਦ ਨੂੰ ਕਿਹਾ, ਸਜਣਾ ਆਰਾ ਇਹਨਾਂ ਕੁ ਐਸਤਾ ਚਲਾਵੀਂ ਕਿ ਮੇਰਾ ਜਪਜੀ ਪੂਰਾ ਹੋ ਜਾਵੇ। ਅੰਦਰ ਹੀ ਅੰਦਰ ਅਰਦਾਸ ਕੀਤੀ ਤੇ ਜਦੋਂ ਇੰਨੇ ਬਚਨ ਕਹੇ ਨਾ ਤੇ ਭਾਈ ਮਤੀ ਦਾਸ ਜੀ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਮੇਰੇ ਲਾਲ ਤੂੰ ਇਹ ਮਨ ਦੇ ਅੰਦਰ ਤੌਖਲਾ ਨਾ ਕਰ ਕਿ ਤੇਰੀ ਜ਼ੁਬਾਨ ਕੱਟੀ ਗਈ ਤੇ ਤੇਰੇ ਜਿਹੜਾ ਆਰੰਭੀ ਹੋਈ ਬਾਣੀ ਜਪਜੀ ਦੀ ਪੂਰੀ ਨਹੀਂ ਹੋਣੀ। ਇਹ ਧੁਰਕੀ ਬਾਣੀ ਆ, ਭਾਵੇਂ ਤੂੰ ਆਰੰਭ ਕਰ ਇੱਕ ਵਾਰ, ਭਾਵੇਂ ਤੇਰੇ ਤਨ ਦੇ ਇਹ 2 ਫਾੜ ਕਰ ਦੇਣ, ਇਹ ਧੁਰਕੀ ਬਾਣੀ ਇਹਦੀ ਆਵਾਜ਼ ਨੂੰ ਕੋਈ ਕੱਟ ਨਹੀਂ ਸਕਦਾ, ਜਿਉਂ ਦੀ ਤਿਉਂ ਪੂਰੀ ਹੋਵੇਗੀ। ਔਰ ਭਾਈ ਸਾਹਿਬ ਨੇ ਉਹਨਾਂ ਨੇ ਜਲਾਦਾਂ ਨੇ ਆਰਾ ਸਿਰ ਦੇ ਉੱਪਰ ਧਰ ਦਿੱਤਾ ਹੈ। ਤੇ ਪਿਆਰਿਓ ਜਿਵੇਂ 2 ਜਾਣੇ ਆਰਾ ਪਕੜ ਕੇ ਲੱਕੜ ਨੂੰ ਚੀਰਦੇ, ਇੱਕ ਉਧਰ ਨੂੰ ਇੱਕ ਉਧਰ ਨੂੰ ਖਿੱਚਦਾ ਹੈ। ਭਾਈ ਮਤੀ ਦਾਸ ਦੇ ਸੀਸ ਦੇ ਕੇਸ ਅੱਧੇ ਖੱਬੇ ਅੱਧੇ ਸੱਜੇ, ਜਿਵੇਂ ਵਿਚਾਲੇ ਉਹ ਨੱਕ ਨੂੰ ਸਿੱਧਾ ਚੀਰ ਕੱਢਿਆ ਹੁੰਦਾ ਹੈ ਨਾ, ਐਉਂ ਵਿਲੀ ਕੱਢ ਕੇ ਸਿਰ ਦੀ ਆਰਾ ਜਿਹੜਾ ਆਰੰਭ ਕਰ ਦਿੱਤਾ ਹੈ। ਭਾਈ ਸਾਹਿਬ ਨੇ ਇੱਕ ਓਂਕਾਰ ਤੋਂ ਜਪਜੀ ਆਰੰਭ ਕਰ ਦਿੱਤਾ ਹੈ ਔਰ ਉਹ ਆਰੇ ਨੂੰ ਰਗੜੇ ਮਾਰਦੇ ਆ। ਪਿਆਰਿਓ ਭਾਈ ਸਾਹਿਬ ਦੇ ਮੁਖ ਵਿੱਚ ਪੰਕਤੀਆਂ ਨੇ, ਔਰ ਆਦ ਸੱਚ ਜੋ ਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਹ ਆਰੇ ਦੇ ਰਗੜੇ ਮਾਰਦੇ ਆ ਤੇ ਭਾਈ ਸਾਹਿਬ ਕਹਿੰਦੇ ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿਛੇ ਪੁਛਤਾਏ, ਕਾਗਦ ਕਲਮ ਨਾ ਲੇਖਨ ਹਾਰ, ਮੰਨੇ ਕਾ ਬੈਕਰਨ ਵਿਚਾਰ। ਔਰ ਭਾਈ ਸਾਹਿਬ ਦੇ ਸੀਸ ਤੇ ਆਰਾ ਚੱਲਦਾ ਜਾਂਦਾ ਹੈ। ਚੱਲਦਿਆਂ ਚੱਲਦਿਆਂ
ਔਰ ਪਿਆਰਿਓ ਆਰਾ ਰਗੜਦੇ ਤੇ ਦੇਖਣ ਵਾਲਿਆਂ ਦੇ ਮੁਖ ਵਿੱਚ ਉਂਗਲਾਂ ਪੈ ਗਈਆਂ ਨੇ। ਉਹ ਕਹਿੰਦੇ ਆ ਔਰ ਸਿੱਖ ਨੂੰ ਜਰਾ ਵੀ ਦਰਦ ਨਹੀਂ। ਕਾਜ਼ੀ ਤੇ ਜਲਾਦਾਂ ਦੇ ਮਨ ਅੰਦਰ ਵੀ ਹੈਰਾਨਗੀ ਆ। ਤੇ ਸਿੱਖ ਪਹੁੰਚਦਾ ਪੰਚ ਪਰਮਾਨ। ਔਰ ਪਿਆਰਿਓ ਪੰਚ ਪਰਮਾਨ ਦੀ ਪੌੜੀ ਨੂੰ ਪੜ੍ਹਦਾ ਪਿਆ ਹੈ। ਤੇ ਪੜ੍ਹਦਿਆਂ ਪੜ੍ਹਦਿਆਂ ਆਰਾ ਅੱਗੇ ਨੂੰ ਲੰਘਦਾ ਪਿਆ ਹੈ। ਪਿਆਰਿਓ ਚੀਰ ਨੂੰ ਤਨ ਦੇ ਅੰਦਰ ਚੀਰ ਪਾ ਦਿੱਤਾ ਹੈ। ਕੁਝ ਵਿਦਵਾਨ ਕਹਿੰਦੇ ਨੇ 100 ਦਰ ਦੀ ਪੌੜੀ ਤੇ ਤਨ ਚੀਰਿਆ ਗਿਆ ਹੈ। ਕੁਝ ਕਹਿੰਦੇ ਜਪ ਦੀ ਪੌੜੀ ਤੇ ਚੀਰਿਆ ਗਿਆ ਹੈ। ਕੁਝ ਕਹਿੰਦੇ ਪਹਿਲਾਂ, ਕੁਝ ਕਹਿੰਦੇ ਬਾਅਦ। ਪਿਆਰਿਓ ਸਾਰੇ ਦੇ ਸਾਰੇ ਵਿਦਵਾਨ ਇਸ ਗੱਲ ਤੇ ਸਹਿਮਤ ਹੈ ਕਿ ਜਪਜੀ ਸਾਹਿਬ ਦਾ ਪਾਠ ਸੰਪੂਰਨ ਨਹੀਂ ਸੀ ਹੋਇਆ ਤੇ ਭਾਈ ਸਾਹਿਬ ਦਾ ਤਨ 2 ਫਾੜ ਕਰ ਦਿੱਤਾ ਸੀਗਾ ਭਾਈ ਮਤੀ ਦਾਸ ਜੀ ਦਾ। ਜਦੋਂ ਇੱਕ ਫਾੜਾ ਇੱਧਰ ਡਿੱਗਾ, ਇੱਕ ਫਾੜਾ ਉਧਰ ਡਿੱਗਾ ਤੇ ਵਿਦਵਾਨ ਸੱਜਣ ਕਹਿੰਦੇ ਆ, ਕਹਿੰਦੇ ਅਰਧੂ ਅਰਧ ਸੋਕਾਰ ਔਰ ਕਹਿੰਦੇ ਅੱਧੋ ਅੱਧ ਕਰਕੇ ਅਰਧ ਹੋਏ ਪਰਿਓ 2 ਫਾਰਾ 2 ਫਾੜੇ ਬਣ ਗਏ। ਅਰਧੋ ਅਰਧ ਸੁਕਾਰ ਪ੍ਰਿਥਵੀ ਪਰ ਡਾਰਾ। ਕਹਿਣ ਲੱਗੇ ਧਰਤੀ ਤੇ ਡਿੱਗ ਪਿਆ ਤੇ ਦੋਵੇਂ ਤਨ 2 ਸਰੀਰ ਬਣ ਗਏ ਇੱਕ ਤੋਂ। ਇੱਕ ਫਾੜਾ ਦਾਏਂ ਇੱਕ ਬਾਏਂ ਡਿੱਗਾ ਤੇ ਉਸ ਵੇਲੇ ਕਹਿਣ ਲੱਗੇ ਦੋਨੋਂ ਤਨ ਤੇ ਜਪਜੀ ਪੜ੍ਹੈ। ਦੋਨਾਂ ਫਾੜਿਆਂ ਦੇ ਵਿੱਚੋਂ ਜਿਹੜੀ ਆਵਾਜ਼ ਸਿਰ ਤੇ ਆਰਾ ਧਰਨ ਲੱਗਿਆ ਇੱਕ ਓੰਕਾਰ ਤੋਂ ਸ਼ੁਰੂ ਕੀਤੀ ਸੀ ਨਾ, ਉਹ ਆਵਾਜ਼ ਦੇ ਵਿੱਚ ਕਮੀ ਨਹੀਂ ਆਈ, ਘਾਟ ਨਹੀਂ ਆਈ, ਥਤਕਲਾਈ ਨਹੀਂ, ਕੰਬੀ ਨਹੀਂ, ਘਟੀ ਨਹੀਂ। ਓਨੀ ਧੁਨ ਓਨੀ ਹੀ ਆਵਾਜ਼ ਉਸੇ ਸੁਰ ਦੇ ਵਿੱਚ ਦੋਨਾਂ ਫਾੜਿਆਂ ਦੇ ਵਿੱਚੋਂ ਆਉਂਦੀ ਪਈ ਏ। ਦੋਨੋਂ ਤਨ ਤੇ ਜਪਜੀ ਪੜ੍ਹੈ। ਦੇ ਦੇਖ ਕਰਕੇ ਜਿਹੜੇ ਦੁਸ਼ਮਣ ਸਨ ਪਿਆਰਿਓ ਉਹਨਾਂ ਦੀ ਹਿਰਦੇ ਵਿੱਚ ਅਚਰਜ ਬੜਾ, ਹੈਰਾਨੀ ਵੱਧਦੀ, ਹੱਦ ਹੋ ਗਈ। ਚੀਰ ਕੇ 2 ਫਾੜ ਕਰ ਦਿੱਤਾ ਹੈ, ਆਵਾਜ਼ ਬੰਦ ਨਹੀਂ ਹੋਈ। ਤੇ ਪਿਆਰਿਓ ਕੁਝ ਵਿਦਵਾਨ ਲਿਖਦੇ ਨੇ ਕਿ ਭਾਈ ਦਿਆਲੇ ਦੀ ਪਹਿਲਾਂ ਸ਼ਹਾਦਤ ਹੋਈ, ਪਰ ਬਹੁਤਾਤ ਅੰਦਰ ਵਿਦਵਾਨਾਂ ਦਾ ਇਹ ਮਤ ਏ। ਕਹਿਣ ਲੱਗੇ ਮਤੀ ਦਾਸ ਨੇ ਜਦੋਂ ਸ਼ਹਾਦਤ ਦਾ ਜਾਮ ਪੀਤਾ, ਭਾਈ ਦਿਆਲਾ ਜੀ ਕਹਿਣ ਲੱਗੇ, ਕਹਿੰਦੇ ਜ਼ਾਲਮੋ ਤੁਸਾਂ ਨੇ ਆਪਣੀਆਂ ਔਰ ਜਿਹੜੀਆਂ ਜੜ੍ਹਾਂ ਨੂੰ ਚੀਰ ਪਾਤਾ, ਹਕੂਮਤ ਨੂੰ, ਹਕੂਮਤ ਦੀਆਂ ਜੜ੍ਹਾਂ ਨੂੰ ਚੀਰ ਪਾਇਆ, ਗੁਰੂ ਕੇ ਸਿੱਖ ਨੂੰ ਸ਼ਹੀਦ ਕਰ ਦਿੱਤਾ ਹੈ। ਭਾਈ ਮਤੀ ਦਾਸ ਨੇ ਖੀਰਲੀਆਂ ਤੁਕਾਂ ਪੜੀਆਂ, ਜਿਨੀ ਨਾਮ ਧਿਆਇਆ ਦੋਨਾਂ ਫਾੜਿਆਂ ਨੇ ਤੇ ਔਰ ਦੋਨਾਂ ਸਿੱਖਾਂ ਨੇ, ਭਾਈ ਦਿਆਲਾ, ਭਾਈ ਸਤੀ ਦਾਸ ਔਰ ਖੜੇ ਭਾਵਨਾ ਵਾਲਿਆਂ ਨੇ ਵੀ ਜਿਨੀ ਨਾਮ ਧਿਆਇਆ। ਗਏ ਮੁਸਕਤ ਘਾਲ ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ ਔਰ ਨਾਲ ਦੀ ਨਾਲ ਔਰ ਤਨ ਦੇ ਵਿੱਚੋਂ ਜਪਜੀ ਪੂਰਾ ਹੋਣ ਤੇ ਔਰ ਪਿਆਰਿਓ ਤਨ ਠੰਡਾ ਹੋ ਗਿਆ, ਆਵਾਜ਼ ਧੁਨ ਬੰਦ ਹੋ ਗਈ। ਔਰ ਪਿਆਰਿਓ ਉਸ ਵੇਲੇ ਭਾਈ ਦਿਆਲੇ ਨੇ ਕਿਹਾ ਜਦੋਂ ਕਿ ਤੁਸੀਂ ਹਕੂਮਤ ਦੀਆਂ ਜੜ੍ਹਾਂ ਤੇ ਆਰਾ ਫੇਰਿਆ ਹੈ, ਉਸ ਵੇਲੇ ਫਤਵਾ ਦਿੱਤਾ ਗਿਆ ਇਹਨੂੰ ਉਦੋਂ ਵੀ ਭੈੜੀ ਮੌਤੇ ਮਾਰਿਆ ਜਾਵੇ। ਔਰ ਪਿਆਰਿਓ ਕੀ ਕੀਤਾ, ਇਹ ਫਤਵਾ ਦਿੱਤਾ ਕਿ ਇਹਨਾਂ ਨੂੰ ਔਰ ਪਾਣੀ ਦੀ ਦੇਗ ਉਬਾਲ ਕੇ ਨਾ ਤੇ ਉਹਦੇ ਵਿੱਚ ਜਿਉਂਦੇ ਜੀ ਬਿਠਾ ਲਿਆ ਜਾਏ। ਅੱਜ ਚਾਂਦਨੀ ਚੌਂਕ ਦੇ ਅੰਦਰ ਦੇਗ ਆਈ, ਪਾਣੀ ਦੇ ਥੱਲੇ ਅੱਗ ਮਚਾਈ ਤੇ ਪਾਣੀ ਜਿਹੜਾ ਦੇਗ ਦਾ ਖੌਲਣ ਲੱਗ ਪਿਆ, ਉਬਾਲੇ ਖਾਂਦਾ ਹੈ। ਹੁਣ ਭਾਈ ਦਿਆਲੇ ਨੂੰ ਲਿਆਂਦਾ, ਭਾਈ ਦਿਆਲਾ ਦੇਗ ਦੇ ਕੋਲ ਆਇਆ ਹੈ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਿੰਜਰੇ ਵੱਲੇ ਤੱਕ ਕੇ ਅਰਦਾਸ ਕੀਤੀ ਏ, ਖੀਰਲੀ ਨਮਸਕਾਰ ਕੀਤੀ ਏ, ਮੇਰੇ ਮਾਲਕਾ ਕਿਰਪਾ ਕਰੀ, ਦੇਗ ਦਾ ਭਾਂਡਾ ਉਹੀ ਏ, ਪਾਣੀ ਵੀ ਉਹੀ ਏ, ਮੇਰੇ ਮਾਲਕਾ ਕਦੇ ਇਹ ਦੇਗ ਅੱਗ ਦੇ ਉੱਪਰ ਧਰ ਕੇ ਪਾਣੀ ਨਾਲ ਭਰ ਕੇ
ਕਦੇ ਪਾਣੀ ਖੌਲਦਾ ਸੀ ਲਾਹੌਰ ਦੀ ਧਰਤੀ ਤੇ ਮੇਰੇ ਦਾਤਾ, ਉਦੋਂ ਆਪ ਇਸ ਦੇਗ ਦੇ ਵਿੱਚ ਬੈਠ ਗਏ ਤੇ ਦੇਗ ਦੇ ਵਿੱਚ ਆਪ ਉਬਲੇ। ਮੇਰੇ ਮਾਲਕਾ ਕਿਰਪਾ ਕਰੀ, ਅੱਜ ਤੇਰੇ ਪਾਏ ਹੋਏ ਪੂਰਨਿਆਂ ਤੇ ਤੇਰਾ ਸਿੱਖ ਚੱਲਣ ਲੱਗਾ ਹੈ, ਨਕਸ਼ਾ ਬਣਾਏ ਤੇ ਤੁਰਨ ਲੱਗਾ ਹੈ। ਕਿਰਪਾ ਕਰੀ ਕਿਤੇ ਡੋਲ ਨਾ ਜਾਵਾਂ, ਆਪ ਵਿੱਚ ਵਰਤੀ। ਔਰ ਪਿਆਰਿਓ, ਸਿੱਖ ਦੇ ਅੰਦਰ ਸਤਿਗੁਰੂ ਵਰਤਿਆ ਤੇ ਭਾਈ ਦਿਆਲਾ ਉਸ ਦੇਗ ਦੇ ਵਿੱਚ ਬੈਠ ਗਿਆ ਹੈ। ਔਰ ਪਿਆਰਿਓ, ਆ ਦੇਗ ਜਿਹੜੀ ਆ ਫੋਟੋ ਬਣਾਈ ਹੁੰਦੀ ਆ ਨਾ, ਕਿ ਐਨਾ ਕੁ ਧੜ ਜਿਹੜਾ ਦਿਸਦਾ ਹੈ, ਵਿਦਵਾਨ ਸੱਜਣ ਲਿਖਦੇ ਐਸਾ ਨਹੀਂ ਸੀ। ਔਰ ਦਿਆਲੇ ਨੂੰ ਦੇਗ ਵਿੱਚ ਬਿਠਾ ਕੇ ਉੱਪਰ ਢੱਕਣ ਦੇ ਦਿੱਤਾ ਸੀ, ਵਜ਼ਨ ਧਰਤਾ ਸੀ, ਬਾਹਰ ਨਾ ਨਿਕਲੇ। ਤੇ ਸਿੱਖ ਦੇ ਮੁਖ ਵਿੱਚ ਬਾਣੀ ਚੱਲਦੀ ਪਈ ਸੀ। ਵਿਦਵਾਨ ਕਹਿੰਦੇ ਆ ਅੰਦਰੋਂ ਆਵਾਜ਼ ਆਉਂਦੀ ਸੀ, ਸਿਰ ਉੱਪਰ ਠਾਡਾ ਗੁਰਸੂਰਾ, ਨਾਨਕ ਤਾਕੇ ਕਾਰਜ ਪੂਰਾ। ਵਿਦਵਾਨ ਕਹਿੰਦਾ ਹੈ ਦਿਆਲਾ ਦੇਗ ਵਿੱਚ ਉਬਲਦਾ ਹੈ ਔਰ ਖੂਨ ਢਲਦਾ, ਚਰਬੀ ਪਾਣੀ ਗਰਮ ਨਾਲ ਜੋੜਾਂ ਨੂੰ ਛੱਡਦੀ ਪਈ ਆ। ਤੇ ਉੱਥੇ ਵਿਦਵਾਨ ਸੱਜਣ ਲਿਖਦੇ ਆ, ਜਾਂ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਜਾਂ ਰੰਬੀਆਂ ਨਾਲ ਖੋਪਰ ਲੈਂਦਾ ਹੈ, ਤਸਵੀਰ ਬਦਲਦੀ ਕੌਮਾਂ ਦੀ, ਜਾਂ ਦੇਗਾਂ ਵਿੱਚ ਉਬਲੇ ਕੋਈ ਆਸਾਂ ਦੇ ਸੋਮੇ ਵਗ ਪੈਂਦੇ। ਕਹਿ ਲੱਗੇ ਜਾਂ ਚਰਬੀ ਢਲੇ ਸ਼ਹੀਦਾਂ ਦੀ, ਸ਼ਾਂਤੀ ਦੇ ਸੋਮੇ ਵਗ ਪੈਂਦੇ। ਕਹਿ ਲੱਗੇ ਜਾਂ ਤਾਰੇ ਟੁੱਟਦੇ ਅੱਖੀਆਂ ਦੇ, ਰੂਹਾਂ ਵਿੱਚ ਚਾਨਣ ਹੋ ਜਾਵੇ, ਜਾਂ ਉਸਰੇ ਕੰਧ ਮਾਸੂਮਾਂ ਦੀ ਢੱਠੀ ਹੋਈ ਕੌਮ ਖਲੋ ਜਾਵੇ। ਇਹ ਸ਼ਹੀਦਾਂ ਦੀ ਦਾਸਤਾਨ ਭਾਈ ਦਿਆਲਾ ਦੇਗ ਦੇ ਵਿੱਚ ਉਬਲਿਆ ਹੈ। ਤੇ ਪਿਆਰਿਓ, ਜਿੰਨੇ ਨੂੰ ਜ਼ਾਲਮ ਨੇ ਢੱਕਣ ਚੁੱਕਿਆ ਸੀ, ਉਹਨੇ ਨੂੰ ਕੇਵਲ ਇੱਕ ਪਿੰਜਰ ਰਹਿ ਗਿਆ ਸੀ। ਔਰ ਤਨ ਦਾ ਪਿੰਜਰ, ਕਿਉਂਕਿ ਮਾਸ ਪਾਣੀ ਦੇ ਉਬਾਲਿਆਂ ਨੇ ਉਧੇੜ ਦਿੱਤਾ ਸੀ। ਸੰਗਤ ਜੀ, ਮੈਂ ਬਿਆਨ ਕਰਤਾ, ਤੁਸਾਂ ਨੇ ਸੁਣ ਲਿਆ। ਕਿਤੇ ਜਰਾ ਇਹ ਮਹਿਸੂਸ ਕਰਕੇ ਦੇਖੋ ਕਿ ਤੱਤੇ ਪਾਣੀ 'ਚ ਹੱਥ ਪੈ ਜਾਵੇ ਤੇ ਫਿਰ ਕੀ ਹਾਲ ਹੁੰਦਾ ਹੈ। ਉਹ ਸਿੱਖ ਧਨ ਹੈ, ਅਸੀਂ ਤਾਂ ਬੈਠੇ ਹੋਏ ਹਾਂ, ਸੁੱਖ ਮੰਨਦੇ ਹਾਂ। ਜੇ ਉਹਨੇ ਜਿਉਂਦੇ ਜੀ ਚੌਂਕੜਾ ਦੇਗ ਦੇ ਵਿੱਚ ਲਾਇਆ ਹੈ, ਆਪਣੇ ਗੁਰੂ ਲਈ ਲਾਇਆ ਹੈ, ਕੌਮ ਨੂੰ ਬਚਾਉਣ ਲਈ ਲਾਇਆ ਹੈ। ਪਿਆਰਿਓ, ਨੇ ਸਿੱਖ ਨੇ ਔਰ ਦੇਗ ਵਿੱਚ ਚੌਂਕੜਾ ਲਾਇਆ ਤੇ ਆਪਣੇ ਤਨ ਦਾ, ਮਾਸ ਦਾ ਔਰ ਕਤਰਾ ਕਤਰਾ ਜੁਦਾ ਹੋ ਗਿਆ ਹੱਡੀਆਂ ਦੇ ਨਾਲੋਂ। ਔਰ ਪਿਆਰਿਓ, ਜਦੋਂ ਇਹ ਦੂਜੇ ਸਿੱਖ ਦੀ ਸ਼ਹਾਦਤ ਹੋਈ, ਹੁਣ ਭਾਈ ਸਤੀ ਦਾਸ ਦੇ ਅੱਗੇ ਚਲੇ ਗਏ, ਕਿਉਂਕਿ ਇਹਨਾਂ ਨੂੰ ਇਹ ਸੀ, ਇਹਨਾਂ ਸ਼ਹਾਦਤਾਂ ਨੂੰ ਦੇਖ ਕਰਕੇ ਸਿੱਖਾਂ ਦਾ ਗੁਰੂ ਤੇਗ ਬਹਾਦਰ ਜਿਹੜਾ ਹੈ, ਔਰ ਉਹਦਾ ਮਨ ਜਿਹੜਾ ਔਰ ਡੋਲ ਜਾਵੇਗਾ, ਉਹ ਸਾਡੀ ਈਨ ਮੰਨ ਜਾਏਗਾ। ਭਾਈ ਸਤੀ ਦਾਸ ਸਾਹਿਬ ਦੇ ਕੋਲ ਚਲਾ ਗਿਆ। ਭਾਈ ਮਤੀ ਦਾਸ ਦੀਵਾਨ ਨੇ, ਭਾਈ ਸਤੀ ਦਾਸ ਬੜੇ ਵਿਦਵਾਨ ਨੇ, ਇਹ ਫਾਰਸੀ ਦੇ ਵਿਦਵਾਨ ਸਨ। ਜੋ ਵੀ ਸਤਿਗੁਰੂ ਲਿਖਦੇ ਸਨ, ਭਾਈ ਸਤੀ ਦਾਸ ਉਹਨੂੰ ਫਾਰਸੀ ਅੱਖਰਾਂ 'ਚ ਲਿਖਦੇ ਸਨ। ਇੱਕ ਵਿਦਵਾਨ ਕਹਿੰਦਾ ਉਹਨੂੰ ਅੱਗੇ ਭਾਈ ਮਨੀ ਸਿੰਘ ਸਾਹਿਬ ਔਰ ਗੁਰਮੁਖੀ 'ਚ ਲਿਖ ਲੈਂਦੇ ਸਨ। ਜੋ ਲਿਖਦੇ ਸਨ, ਜੋ ਬੰਦੀ ਖਾਨੇ ਦੇ ਵਿੱਚ ਬਚਨ ਹੋਏ ਨਾ ਸਤਿਗੁਰੂ ਤੇਗ ਬਹਾਦਰ ਮਹਾਰਾਜ ਦੇ, ਉਹ ਵੀ ਸਤੀ ਦਾਸ ਨੇ ਲਿਖ ਲਏ ਸਨ। ਪਰ ਉਹਨਾਂ ਜ਼ਾਲਮਾਂ ਨੇ ਉਹ ਬਚਨ ਲਿਖੇ ਹੋਏ ਚੱਕ ਕੇ ਫਾੜ ਦਿੱਤੇ, ਸਾੜ ਦਿੱਤੇ, ਮੁਕਾ ਦਿੱਤੇ ਗਏ। ਉਹ ਕੀ ਬਚਨ ਸੀ, ਕੀ ਬੋਲ ਹੋਏ, ਜੇ ਕਿਤੇ ਸਰੋਤ ਮਿਲ ਜਾਂਦੀ ਮੇਰੇ ਦਾਤੇ ਦੇ ਉਹ ਅਖੀਰਲੇ ਬਚਨਾਂ ਦਾ ਵੀ ਸਾਨੂੰ ਸਮਾਚਾਰ ਮਿਲਦਾ ਰਹਿੰਦਾ। ਭਾਈ ਸਤੀ ਦਾਸ ਦੇ ਸਾਹਮਣੇ ਗਏ ਆ। ਭਾਈ ਸਤੀ ਦਾਸ ਜੀ ਨੂੰ ਕਹਿੰਦੇ ਆ, ਦੇਖ ਤੈਨੂੰ ਸਲਾਮ ਦੇ ਵਿੱਚ ਉੱਚਾ ਮੁਰਾਤਬਾ ਦੇਵਾਂਗੇ, ਐਸ਼ੋ ਇਸ਼ਰਤ ਆਰਾਮ ਦੇਵਾਂਗੇ, ਸਾਰੀਆਂ ਸੁਵਿਧਾਵਾਂ ਮਿਲਣਗੀਆਂ। ਔਰ ਦੇਖ, ਔਰ ਜੇ ਤੂੰ ਅਸਲਾਮ ਕਬੂਲ ਕਰ ਲਵੇਂ। ਤੇ ਭਾਈ ਸਤੀ ਦਾਸ ਸਾਹਿਬ ਕਹਿਣ ਲੱਗੇ, ਸਜਣੋ ਮੇਰੇ ਕੋਲ ਆਇਓ,
ਮੇਰੇ ਤੋਂ ਪਹਿਲਾਂ ਦੋ ਭਰਾਵਾਂ ਨੂੰ ਮੇਰਿਆਂ ਨੂੰ ਤੁਸੀਂ ਸ਼ਹਾਦਤ ਦਾ ਜਾਮ ਪੀਂਦਿਆਂ ਨੂੰ ਵੇਖਿਆ ਹੈ ਨਾ, ਔਰ ਇੱਕੇ ਸਕੂਲ ਦੇ ਅਸੀਂ ਵਿਦਿਆਰਥੀ ਹਾਂ, ਇੱਕੇ ਉਸਤਾਦ ਦੇ ਚੇਲੇ ਆ ਸਾਡਾ ਗੁਰੂ ਇੱਕ ਹੈ, ਤੇ ਤੁਸੀਂ ਇਹ ਕਿਵੇਂ ਸਮਝ ਲਿਆ ਕਿ ਉਹ ਪਾਸ ਹੋ ਜਾਣਗੇ ਤੇ ਮੈਂ ਫੇਲ ਹੋ ਜਾਵਾਂਗਾ, ਔਰ ਮੈਨੂੰ ਇਹ ਨਹੀਂ ਭਾਉਂਦਾ, ਔਰ ਤੁਹਾਡੀਆਂ ਜੜ੍ਹਾਂ 'ਚ ਪਾਣੀ ਪਾ ਦਿੱਤਾ ਹੈ ਤੇ ਤਤਾ ਤੇ ਹੁਣ ਤੁਹਾਡੀਆਂ ਜੜ੍ਹਾਂ ਪੱਟੀਆਂ ਜਾਣਗੀਆਂ। ਇੰਨੇ ਬਚਨ ਕਹਿਣ ਦੀ ਦੇਰੀ ਸੀ, ਫਤਵਾ ਦਿੱਤਾ ਗਿਆ। ਭਾਈ ਸਤੀ ਦਾਸ ਔਰ ਜਿਹੜੇ ਨੇ ਉਹਨਾਂ ਨੂੰ ਪਿਆਰਿਓ ਔਰ ਬੰਨ ਕਰਕੇ ਰੂਈ 'ਚ ਲਪੇਟ ਕੇ ਤੇ ਅੱਗ ਜਿਉਂਦੇ ਨੂੰ ਲਾ ਦਿੱਤੀ ਜਾਵੇ। ਸੱਜਣੋ, ਕੋਈ ਫਾਂਸੀ ਤੇ ਲਟਕਾਵੇ, ਝਟਕਾ ਵੱਜਾ, ਗਰਦਨ ਨੂੰ ਜਾਨ ਨਿਕਲ ਗਈ, ਕਿਸੇ ਨੇ ਕੁਝ ਕੀਤਾ, ਹੁਣ ਜਿਉਂਦੇ ਜੀ ਰੂਈ ਤਨ ਤੇ ਲਪੇਟ ਕੇ ਪਾਸੇ ਤੋਂ ਆਦ ਔਰ ਲੋਹੇ ਦੀ ਜੰਜੀਰ ਨਾਲ ਬੰਨ ਦਿੱਤਾ ਗਿਆ। ਪਿਆਰਿਓ, ਉਹਨਾਂ ਨੇ ਜ਼ਾਲਮਾਂ ਨੇ ਰੂਈ 'ਚ ਲਪੇਟੇ। ਸਿੱਖ ਨੂੰ ਫਿਰ ਆਪਣੀ ਈਨ ਮਨਾਉਣ ਵਾਸਤੇ ਔਰ ਤਜਵੀਜ਼ ਪੇਸ਼ ਕੀਤੀ ਗਈ ਆ। ਸਿੱਖ ਨੇ ਕਿਹਾ ਹੁਣ ਬਾਕੀ ਕੁਝ ਨਹੀਂ ਰਹਿ ਗਿਆ। ਸਿੱਖ ਨੇ ਜਕੜੇ ਹੋਏ ਨੇ, ਅੰਦਰੋਂ ਹੀ ਅਰਦਾਸ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਕਿਰਪਾ ਕਰਿਆ ਜੇ, ਔਰ ਬੱਧੇ ਹੋਏ ਨੇ, ਲਪੇਟੇ ਹੋਏ ਨੇ। ਅੱਜ ਅਖੀਰਲੀ ਵਾਰ ਔਰ ਸਤਿਗੁਰੂ ਨੂੰ ਸੀਸ ਝੁਕਾਇਆ ਹੈ, ਨਮਸਕਾਰ ਕੀਤੀ ਆ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਆਪਣੇ ਪਿਆਰੇ ਸਿੱਖਾਂ ਨੂੰ ਸ਼ਹਾਦਤਾਂ ਦਾ ਜਾਮ ਪੀਂਦਿਆਂ ਹੋਇਆਂ ਦੀਦਿਆਂ ਦੇ ਸਾਹਮਣੇ ਤੱਕਦੇ ਪਏ ਨੇ, ਔਰ ਇਹਨਾਂ ਨੇ ਹੁਣ ਕੀ ਕੀਤਾ, ਉਹ ਰੂਈ ਨੂੰ ਅੱਗ ਲਾ ਦਿੱਤੀ ਗਈ। ਰੂਈ ਨੂੰ ਇੱਕੇ ਵਿਰ ਅੱਗ ਨਹੀਂ ਲੱਗਦੀ, ਇੱਕੇ ਵਿਰ ਭੰਬੂਕਾ ਜਿਹਾ ਨਿਕਲਿਆ, ਭਾਈ ਸਤੀ ਦਾਸ ਸਾਹਿਬ ਦੇ ਮੁਖ ਨੂੰ ਪੈ ਗਿਆ, ਔਰ ਮੁਖ ਨੂੰ ਅੱਗ ਪਈ। ਐਸਤਾ ਐਸਤਾ ਗੁਰੂ ਕਾ ਸਿੱਖ ਤੜਫ ਤੜਫ ਕੇ ਉਸ ਰੂਈ ਦੀ ਅਗਨ ਦੇ ਨਾਲ ਔਰ ਪਿਆਰਿਓ ਸ਼ਹਾਦਤ ਦਾ ਜਾਮ ਪੀ ਗਿਆ ਹੈ। ਹੁਣ ਪਿਆਰਿਓ ਇੱਧਰ ਕੋਹਰਾਮ ਮਚ ਗਿਆ। ਤਿੰਨ ਗੁਰੂ ਕੇ ਲਾਲ ਚਾਂਦਨੀ ਚੌਂਕ ਦੇ ਅੰਦਰ ਸ਼ਹਾਦਤ ਦਾ ਜਾਮ ਪੀ ਗਏ ਨੇ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਔਰ ਪੁੱਛਦੇ ਸਤਿਗੁਰੂ ਮਹਾਰਾਜ ਜੀ ਨੇ, ਔਰ ਕਿਹਾ ਹੁਣ ਤਾਂ ਬਾਕੀ ਰਿਹਾ ਕੁਝ ਨਹੀਂ। ਪਿਆਰਿਓ, ਜਦੋਂ ਫਿਰ ਈਨ ਮੰਨਣ ਲਈ ਕਿਹਾ, ਮੇਰੇ ਦਾਤਾਰ ਪ੍ਰਭੂ ਜੀ ਕਹਿਣ ਲੱਗੇ ਕਾਜੀ, ਤੂੰ ਇਹ ਦੇਖਿਆ ਨਾ ਸਿੱਖਾਂ ਨੂੰ ਸ਼ਹਾਦਤਾਂ ਦਾ ਜਾਮ ਪੀਂਦਿਆਂ ਹੋਇਆਂ, ਜਿਹੜੀ ਸਕੂਲ ਦੇ ਪੜ੍ਹੇ ਹੋਏ ਵਿਦਿਆਰਥੀ ਅਵਲ ਨੰਬਰ ਤੇ ਆਉਂਦੇ ਨੇ, ਤੂੰ ਉੱਥੋਂ ਦੇ ਟੀਚਰ ਤੋਂ ਕੀ ਆਸ ਰੱਖਦਾ, ਉਹ ਫੇਲ ਹੋ ਜਾਵੇਗਾ। ਜਿਹਦੇ ਸਿੱਖ ਔਰ ਪਹਿਲੇ ਨੰਬਰ ਦਾ ਮੁਰਾਤਬਾ ਹਾਸਲ ਕਰਦੇ ਨੇ, ਤੂੰ ਕੀ ਆਸ ਰੱਖਦਾ ਹੈ, ਉਹ ਗੁਰੂ ਡੋਲ ਜਾਵੇਗਾ। ਤੇ ਹਕੂਮਤ ਨੇ ਇਹ ਐਲਾਨ ਕਰ ਦਿੱਤਾ, ਕੱਲ ਨੂੰ ਚਾਂਦਨੀ ਚੌਂਕ ਦੇ ਅੰਦਰ ਸਿੱਖਾਂ ਦਾ ਗੁਰੂ ਜਿਹੜਾ ਹੈ ਉਹਨੂੰ ਸ਼ਹੀਦ ਕੀਤਾ ਜਾਵੇਗਾ, ਔਰ ਉਹਨੂੰ ਕਤਲੇਆਮ ਕੀਤਾ ਜਾਵੇਗਾ। ਪਿਆਰਿਓ, ਅੱਜ ਮੇਰੀ ਸੱਚੀ ਸਰਕਾਰ ਦਿਨ ਚੜ੍ਹਦਿਆਂ ਨਾਲ ਔਰ ਤਿੰਨ ਸਿੱਖਾਂ ਦੇ ਨਾਲ ਪਿੰਜਰੇ ਵਿੱਚ ਆਏ ਸਨ। ਅੱਜ ਮੇਰੀ ਸੱਚੀ ਸਰਕਾਰ ਦਾ ਪਿੰਜਰਾ ਫਿਰ ਉੱਥੇ ਭੇਜ ਦਿੱਤਾ ਗਿਆ। ਅੱਜ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਨਾਲ ਕੋਈ ਵੀ ਸਿੱਖ ਨਹੀਂ। ਅੱਜ ਅਲਬੇਲੇ ਨੇ ਔਰ ਅਕਾਲ ਦੇ ਨਾਲ ਜੁੜੇ ਤੇ ਜ਼ਾਲਮਾਂ ਨੇ ਇਹੋ ਜਿਹਾ ਪਿੰਜਰਾ ਤਿਆਰ ਕੀਤਾ ਸੀ, ਮੇਰੀ ਸੱਚੀ ਸਰਕਾਰ ਨਾ ਬੈਠ ਸਕਦੇ ਨੇ, ਨਾ ਖਲੋ ਸਕਦੇ ਆ ਚੰਗੀ ਤਰ੍ਹਾਂ, ਨਾ ਅੱਗੇ ਨਾ ਪਿੱਛੇ, ਨਾ ਦਾਏਂ ਨਾ ਬਾਏਂ, ਕਿਸੇ ਪਾਸੇ ਨਹੀਂ, ਕਿਉਂਕਿ ਤ੍ਰਿਖੇ ਸਰੀਏ ਜਿਹੜੇ ਸਨ ਉਹ ਪਿੰਜਰੇ ਦੇ ਵਿੱਚ ਪਿੱਛੋਂ ਵੀ ਲਾਏ ਸਨ, ਅੱਗੋਂ ਵੀ, ਖੱਬਿਓਂ ਵੀ, ਸੱਜਿਓਂ ਵੀ, ਥੱਲਿਓਂ ਵੀ, ਉੱਪਰੋਂ ਵੀ, ਕਿ ਕਿਸੇ ਪਾਸੇ ਹਿੱਲ ਜੁਲ ਕਰਕੇ ਕਿਤੇ ਨਿਕਲ ਨਾ ਜਾਣ। ਔਰ ਇੰਨੀ ਕੁ ਤੰਗੀ ਵਾਲਾ ਉਹ ਪਿੰਜਰਾ ਤਿਆਰ ਕੀਤਾ, ਜਿਹਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਕਾਰਨ ਕਾਦਰ ਸਤਿਗੁਰੂ ਸੱਚੀ ਸਰਕਾਰ ਔਰ ਜਿਹੜੇ ਨੇ ਡਕੇ ਗਏ ਨੇ। ਇੱਧਰ ਰਾਤ ਪਈ ਆ, ਦਿੱਲੀ ਦੇ ਵਿੱਚ ਸਿੱਖਾਂ ਨੂੰ ਨੀਂਦ ਨਹੀਂ ਆਉਂਦੀ।
ਇੱਕ ਭਾਈ ਆਗਿਆ ਰਾਮ ਦੇ ਘਰ ਅੰਦਰ ਮੀਟਿੰਗ ਬੁਲਾਈ ਗਈ ਆ। ਉਸ ਮੀਟਿੰਗ ਦੇ ਅੰਦਰ ਸੁਹਿਰਦ ਸਾਰੇ ਸਿੱਖ ਇਕੱਠੇ ਹੋਏ ਨੇ। ਭਾਈ ਆਗਿਆ ਰਾਮ, ਭਾਈ ਸਦਾਨੰਦ, ਭਾਈ ਜੈਤਾ, ਇੱਥੋਂ ਤੱਕ ਲੱਖੀ ਸ਼ਾਹ ਵਣਜਾਰਾ ਆਦਿ ਇਹ ਸਾਰੇ ਹੀ ਸਿੱਖ ਇਕੱਠੇ ਹੋਏ ਆ ਇੱਥੇ। ਔਰ ਭਾਈ ਉਦੇ ਦਾ ਵੀ ਜ਼ਿਕਰ ਆਉਂਦਾ ਆ ਕਿ ਉਹ ਵੀ ਸੀ। ਔਰ ਬਹੁਤ ਸਿੱਖਾਂ ਦੇ ਨਾਂ ਆਉਂਦੇ ਨੇ ਕਿ ਉਹਨਾਂ ਵਿੱਚੋਂ ਭਾਈ ਗੁਰਦਿੱਤੇ ਦਾ ਨਾਮ ਵੀ ਆਉਂਦਾ ਕਿ ਉਹ ਵੀ ਇੱਥੇ ਸੀਗਾ। ਔਰ ਪਿਆਰਿਓ, ਸਾਰਿਆਂ ਨੇ ਮੀਟਿੰਗ ਕੀਤੀ। ਅੱਜ 3 ਸਿੱਖ ਸ਼ਹੀਦ ਹੋ ਗਏ। ਔਰ ਪਿਆਰਿਓ, ਇਹਨਾਂ ਜ਼ਾਲਮਾਂ ਨੇ ਸਵੇਰੇ ਚੰਗੀ ਨਹੀਂ ਜੇ ਗੁਜ਼ਾਰਨੀ, ਇਹ ਚੰਗਾ ਨਹੀਂ ਜੇ ਕਰਨ ਵਾਲੇ। ਇਹਨਾਂ ਨੇ ਸੁਬਾ ਹੁੰਦਿਆਂ ਸਾਰ ਔਰ ਸਤਿਗੁਰੂ ਨੂੰ ਸ਼ਹੀਦ ਕਰ ਦੇਣਾ ਹੈ। ਕਿਤੇ ਐਸਾ ਨਾ ਹੋਵੇ ਮੇਰੀ ਸੱਚੀ ਸਰਕਾਰ ਦਾ ਔਰ ਧੜ ਤੇ ਸੀਸ ਜ਼ਾਲਮ ਨੇ ਚਾਂਦਨੀ ਚੌਂਕ ਦੇ ਅੰਦਰ ਰੁਲਣਾ ਜੇ। ਔਰ ਯਾਦ ਰੱਖਿਆ ਜੇ, ਮੇਰੇ ਗੁਰੂ ਦਾ ਧੜ, ਮੇਰੇ ਗੁਰੂ ਦਾ ਸੀਸ ਇਹ ਰੁਲੇ ਨਾ, ਇਹਦੀ ਸੰਭਾਲ ਕਰਨੀ ਆ। ਔਰ ਕੋਈ ਤਰਤੀਬ ਦੱਸਦਾ ਹੈ, ਕੋਈ ਤਰਤੀਬ ਦੱਸਦਾ ਹੈ। ਭਾਈ ਆਗਿਆ ਰਾਮ ਨੇ ਸਲਾਹ ਦਿੱਤੀ ਆ। ਭਾਈ ਆਗਿਆ ਰਾਮ ਭਾਈ ਜੈਤੇ ਦਾ ਤਾਇਆ ਹੈ। ਔਰ ਉਹਨੇ ਸਲਾਹ ਦਿੱਤੀ ਰਾਤ ਦੇ ਸਮੇਂ ਇਹ ਕਾਰਜ ਕੀਤਾ ਜਾ ਸਕਦਾ ਹੈ। ਹਨੇਰਾ ਹੋਵੇਗਾ, ਸੀਸ ਚੁੱਕਿਆ ਜਾਵੇ ਤੇ ਸੀਸ ਚੁੱਕਣ ਵਾਲਾ ਸੱਜਣ ਔਰ ਚੁੱਕ ਕਰਕੇ ਇੱਥੋਂ ਜਿਹੜਾ ਆ ਮੰਜ਼ਲਾਂ ਨੂੰ ਮਾਰਦਾ ਆਨੰਦਾਂ ਦੀ ਪੁਰੀ ਨੂੰ ਚਲਾ ਜਾਵੇ। ਧੜ ਦਾ ਇੱਥੇ ਹੀ ਸੰਸਕਾਰ ਕੀਤਾ ਜਾਵੇ। ਲੱਖੀ ਸ਼ਾਹ ਵਣਜਾਰੇ ਨੇ ਉਹ ਸੇਵਾ ਪ੍ਰਵਾਨ ਕੀਤੀ। ਲੱਖੀ ਸ਼ਾਹ ਵਣਜਾਰਾ ਜਿਹੜਾ ਸੀ ਨਾ, ਇਹ ਹਕੂਮਤ ਦਾ ਸਮਾਨ ਢੋਂਦਾ ਸੀ, ਹੈ ਸਿੱਖ ਸੀ, ਇਹਦਾ ਵਪਾਰ ਸੀ, ਇਹਨੂੰ ਕਿਲੇ ਦੇ ਵਿੱਚ ਜਾਣ ਆਉਣ ਦੀ ਖੁੱਲ੍ਹ ਸੀ, ਇਹਦੇ ਗੱਡੇ ਸਨ ਬਹੁਤ। ਗਿਆਨੀ ਮਾਨ ਸਿੰਘ ਝੌਰ ਤਾਂ ਕਹਿੰਦੇ ਨੇ ਕਿ 1000 ਗੱਡਾ ਸੀ ਇਹਦਾ। ਏਡਾ ਵੱਡਾ ਇਹ ਜਿਹੜਾ ਸੀ ਉਸ ਵੇਲੇ ਦਾ ਸਮਾਨ ਢੋਣ ਵਾਲਾ ਵਪਾਰੀ ਸੀ। ਔਰ ਇੰਨੇ ਗੱਡੇ ਨੇ ਇਹਦੇ, ਕਹਿਣ ਲੱਗੇ ਕਿ ਤੈਨੂੰ ਆਉਣ ਜਾਣ ਦੀ ਰੋਕ ਨਹੀਂ, ਤੂੰ ਕਿਲੇ ਵੱਲੋਂ ਰਾਤ ਦੇ ਹਨੇਰੇ ਵਿੱਚ ਗੱਡਾ ਲਿਆਵੇਂ, ਉਹਦੇ ਵਿੱਚ ਗੱਡਿਆਂ ਦੇ ਕੁਝ ਸਿੱਖ ਹੋਣਗੇ। ਸਾਰੇ ਰਾਤ ਦੇ ਹਨੇਰੇ ਵਿੱਚ ਮੇਰੀ ਸੱਚੀ ਸਰਕਾਰ ਦਾ ਧੜ ਲੱਭ ਕੇ ਉਹਨੂੰ ਚੱਕ ਕੇ ਲਿਆਉਣਾ ਹੈ। ਤੇ ਭਾਈ ਜੈਤਾ ਉੱਠਿਆ ਤੇ ਭਾਈ ਜੈਤੇ ਨੇ ਆਪਣਾ ਪੱਖ ਪੇਸ਼ ਕੀਤਾ। ਕਹਿਣ ਲੱਗੇ ਦੇਖੋ, ਜ਼ਾਲਮ ਜਿਹੜਾ ਹੋਵੇਗਾ ਨਿਗਾਹਸ਼ਾਨੀ ਤੇ ਵੀ ਹੋਵੇਗਾ। ਕੌਣ ਸੀਸ ਚੁੱਕਦਾ ਹੈ? ਕਿਉਂ ਨਾ ਹੋਵੇ ਮੇਰੀ ਸੱਚੀ ਸਰਕਾਰ ਦੇ ਸੀਸ ਦੇ ਬਰਾਬਰ ਉਹਦੀ ਜਗ੍ਹਾ ਤੇ ਕੋਈ ਹੋਰ ਸਿਰ ਰੱਖਿਆ ਜਾਵੇ। ਉਹ ਸਿਰ ਰੱਖ ਕੇ ਤੇ ਔਰ ਗੁਰੂ ਦਾ ਸੀਸ ਚੁੱਕ ਲਿਆ ਜਾਵੇ। ਕਿਉਂ ਕਿ ਜ਼ਾਲਮ ਨੂੰ ਭੁਲੇਖਾ ਪੈਂਦਾ ਰਹੇਗਾ ਸਿਰ ਪਿਆ ਹੈ। ਜਿੰਨੇ ਨੂੰ ਸ਼ਨਾਖਤ ਹੋਵੇਗੀ ਸੀਸ ਚੁੱਕ ਕੇ ਲਿਜਾਣ ਵਾਲਾ ਕਿਤੇ ਮੰਜ਼ਲਾਂ ਤੈਅ ਕਰ ਲਵੇਗਾ। ਜਦੋਂ ਇੰਨੇ ਬਚਨ ਹੋਏ ਤੇ ਉਸ ਕੰਮ ਲਈ ਭਾਈ ਜੈਤਾ ਮੁਕਰਰ ਕੀਤਾ ਗਿਆ ਹੈ। ਕੋਈ ਸਿੱਖ ਕਿ ਤੁਸੀਂ ਨਾਲ ਇਹਦੇ ਸੀਸ ਝੁਕਾਓਗੇ, ਅੱਗੇ ਦਾ ਸਫ਼ਰ ਭਾਈ ਜੈਤਾ ਲੈ ਕੇ ਜਾਵੇਗਾ। ਕੁਝ ਵਿਦਵਾਨਾਂ ਨੇ ਇਹ ਲਿਖਿਆ ਹੈ ਕਿ ਭਾਈ ਉਦਾ ਨਾਲ ਸੀ, ਭਾਈ ਅੱਡਣ ਨਾਲ ਸੀ, ਕੁਝ ਨੇ ਕੁਝ ਲਿਖਿਆ ਹੈ। ਪਰ ਜੇ ਦੂਜੇ ਸਿੱਖ ਨਾਲ ਆਏ ਹੁੰਦੇ ਨਾ ਤੇ ਗੁਰੂ ਕਲਗੀਧਰ ਸਾਹਿਬ ਨੇ ਜਦੋਂ ਛਾਤੀ ਨਾਲ ਲਾ ਕੇ ਕਿਹਾ ਸੀ, ਰੰਗ ਰੇਟੇ ਗੁਰੂ ਕੇ ਬੇਟੇ ਸਦਾ ਰਹੋ ਪੰਥ ਕੇ ਸੰਗ ਸਹੇਟੇ। ਔਰ ਫਿਰ ਉਹਨਾਂ ਨੂੰ ਵੀ ਤਾਂ ਕੋਈ ਬਚਨ ਕਹਿੰਦਾ ਨਾ, ਉਹਨਾਂ ਨੇ ਵੀ ਤਾਂ ਦੁੱਖ ਝੱਲ ਕੇ ਆਉਣਾ ਸੀ ਨਾ। ਫਿਰ ਉਹਨਾਂ ਲਈ ਬਚਨ ਹੀ, ਹਾਂ ਇਹ ਜ਼ਰੂਰ ਸੱਚ ਹੋ ਸਕਦਾ ਹੈ ਕਿ ਉੱਥੇ ਉਹਨਾਂ ਨੇ ਮਦਦ ਕੀਤੀ ਹੋਵੇ। ਔਰ ਜਦੋਂ ਇਹ ਬਚਨ ਕੀਤੇ ਭਾਈ ਜੈਤੇ ਨੇ ਤੇ ਉਸ ਵੇਲੇ ਕਿਹਾ ਕਿ ਉਸ ਸੀਸ ਦੀ ਜਗ੍ਹਾ ਤੇ ਸੀਸ ਰੱਖਿਆ ਜਾਏ ਤੇ ਜ਼ਾਲਮ ਨੂੰ ਭੁਲੇਖਾ ਪੈਂਦਾ ਰਹੇ। ਹੁਣ ਵਿਚਾਰ ਚੱਲ ਪਈ ਕਿ ਉੱਥੇ ਸੀਸ ਰੱਖੀਏ ਤੇ ਰੱਖੀਏ ਕਿਹਦਾ, ਜਿਹਦਾ ਭੁਲੇਖਾ ਪੈਂਦਾ ਰਹੇ। ਚੱਲਦਿਆਂ ਉਹਨਾਂ ਦੇ ਉਸ ਮੀਟਿੰਗ ਦੇ ਦੌਰਾਨ ਉਸ ਦੇ ਵਿੱਚੋਂ ਭਾਈ ਸਦਾਨੰਦ ਉੱਠਿਆ ਹੈ। ਭਾਈ ਸਦਾਨੰਦ ਔਰ ਭਾਈ ਜੈਤੇ ਦਾ ਪਿਤਾ ਹੈ ਭਾਈ ਸਦਾਨੰਦ
गुरु तेग बहादुर महाराज दे नाल रहा है। भाई सदानंद की शादी गुरु तेग बहादुर महाराज ने अपने हथी करवाई हुई आ। एने प्यार वाला ये सिख हाथ जोड़ के उठिया कि मेरी बेनती प्रवान की जावे कि कित्थों सीस लियावांगे। और जेड़ा आ कि वो सीस भुलेखा पाउंदा रहे। कह लगा जिन्नी ये संगत जुड़ी हुई आ मेरी बेनती नूं नकारच ना कीता जाए। और प्यारिओ तारीखे पंजाब अंदर कन्हैया लाल ने लिखिया कहते कि उसने ये बचन कीते भाई जैते दे पिता ने कि मेरा सिर वढ़ लिया जाए। गुरु तेग बहादुर महाराज दा जद शीस चकिया जाए उस जगह ते मेरा सिर रख दिता जाए। कुछ समय लई जालम नूं भुलेखा पैंदा रहेगा। जेड़ा गुरु तेग बहादुर महाराज दा सजन शीस लैके तुरेगा और कोई समा कुछ पैंडा तय कर जाएगा जालम दी पकड़ चो अगे निकल जाएगा। प्यारिओ जिथे गुरु तेग बहादुर महाराज जी दी शहादत है इन्हां सिखां नूं असीं भुल नहीं सकते। सिखां दी शहादत है उस मीटिंग दे अंदर ये सारी मीटिंग हो गई। आ समा होवेगा भाई सदानंद दा शीस और वड्ढिया जावेगा। हुण कटे कौन ते भाई जैते नूं ही कहा सी पुत्रा गुरु का खांदे आ रहे हैं गुरु दे दिते सुख नूं मानदे आ रहे हैं। मेरे पुत्रा मैनू वचन दे कि जो मैं कह लगा वो तू मोड़ेगा नहीं। और गुरु तेग बहादुर महाराज ते समा आ गया है। साहब संकट वै सेवक भजै कि साहब मालक ते संकट आ जावे ते सेवक जान लकाउंदा फिरे। ये पुत्रा जान ते शान उसे दी बख्शियो। मेरे पुत्रा एक काम तू करेगा सिर तू कटेगा मेरा भी। और प्यारिओ ये दूजे दिन ली सारी वार्ता मिथी गई। किन्ने की करना है ये मीटिंग रात होई सिखां नूं रात नींद कोई नहीं जे आई। प्यारिओ दिन दा चढ़ाओ हुंदा है सारे ढंडोरा रात नूं पिटिया गया और दिने बुनियादी की गई कि कल नूं सिखां दे गुरु नूं दुपहरा ढलण तो बाद शहीद किया जाना है और उन्हों शहीदी दा जाम पिलाया जाना। उस तो बाद जालम ने यह भी कहा सी कि देखांगे सिखां दे गुरु दी लाश कौन चुकदा है। क्यों उन्हां वास्ते ये सी असी सत्कार नाल शीस और धड़ कहने उन्हां दे बोल सी। पर सिखां ने सारी तैयारी कर लई आ। दिन दा चढ़ाऊ हो गया है। हुण सतगुरु महाराज जी नूं लैके आउणा है। चांदनी दे चौक अंदर गुरु तेग बहादुर महाराज जी दा शीस और किवें आनंदपुर पहुँचदा है किवें शहादत हुंदी आ धड़ दा संस्कार किवें हुंदा है ये आपां कल दे समय अंदर विचारांगे। गुरु किरपा करे सानू इन्हां शहीदां दा डुलिया होया खून जिहड़ा है और किदे इहदे ते सानू आमान आवे भरोसा आवे। क्योंकि शहीदां दा खून जिहड़ा है ना और कौमां दी जिंद जान हुंदी आ। और शहीद किसी चीज़ दे लालच विच नहीं वो कौम लई आपा निशावर कर देंदे आ। विद्वान लिख देने जो आशिक है शहादत के वो जीना छोड़ देते हैं। खलौना समझ कर जिस्म को वो खुशी से फोड़ देते हैं। ना तख्तो ताज ना हूरों की हसरत है खुदा भी खुदाई दे वो वापस मोड़ देते हैं। शहीद की जो मौत है वो कौम की हयात है। हयात तो हयात वो मौत भी और कह लगे हयात अमृत बन जाती है कौम दे लई। शहीद शहादत दा जाम ना पींदे अज असी ना ये हुंदे। और शहीद नूं लालच कोई नहीं। शहीद तां ये कहंदा आ मेरे गुरु बाणी अंदर कहंदे आ महाराज कहंदे आ मुक्त बौपड़ी पी ज्ञानी त्यागे। वो मुक्ति भी नहीं मंगदा वो कहंदा मुक्त ना चाहूं
ਔਰ ਮੁਕਤੀ ਵੀ ਨਹੀਂ ਚਾਹੁੰਦਾ ਮੈਂ, ਮੈਨੂੰ ਕੁਝ ਨਹੀਂ ਚਾਹੀਦਾ। ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾ ਰੇ। ਮੇਰੀ ਤਾਂ ਤੇਰੇ ਚਰਨਾਂ ਦੇ ਨਾਲ ਪ੍ਰੀਤੀ ਰਵੇ। ਉਹਨੇ ਕੁਝ ਨਹੀਂ ਮੰਗਿਆ, ਉਹ ਸਿੱਖ ਸ਼ਹਾਦਤ ਦਾ ਜਾਮ ਪੀ ਗਏ ਨੇ। ਮੇਰੀ ਸੱਚੀ ਸਰਕਾਰ ਦਾ ਪਿੰਜਰਾ ਚਾਂਦਨੀ ਚੌਂਕ ਵਿੱਚ ਲਿਆਉਣ ਲਈ ਤਿਆਰੀ ਹੋ ਗਈ ਆ। ਕਿਵੇਂ ਪਿੰਜਰਾ ਆਉਂਦਾ ਹੈ, ਕੱਲ ਨੂੰ ਕਿਵੇਂ ਸੀਸ ਆ ਧੜ ਨਾਲੋਂ ਜੁਦਾ ਹੁੰਦਾ ਹੈ, ਕੀ ਕੀ ਬਚਨ ਹੁੰਦੇ ਨੇ, ਇਹ ਆਪਾਂ ਕੱਲ ਦੇ ਸਮੇਂ ਅੰਦਰ ਵਾਚਨ ਦਾ ਯਤਨ ਕਰਾਂਗੇ। ਗੁਰੂ ਤੇਗ ਬਹਾਦਰ ਮਹਾਰਾਜ, ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਗੁਰੂ ਕੀ ਸੰਗਤ ਮਤ ਬੁੱਧ ਬਖਸ਼ਿਆ ਦੇ ਪੜ ਪੜਾ ਕੇ ਮੇਰੀ ਸੱਚੀ ਸਰਕਾਰ ਦਾ ਇਤਿਹਾਸ ਆਪ ਦੇ ਸਮਕਸ਼ ਰੱਖ ਸਕੀਏ। ਗੁਰੂ ਕੇ ਬਚਨ ਆਗਾਦ ਬੋਧ ਇਤਿਹਾਸ ਸਮੁੰਦਰ ਹੈ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਵਿੱਚੋਂ ਵਿੱਚੋਂ ਮੋਟੀਆਂ ਮੋਟੀਆਂ ਗੱਲਾਂ ਮੈਂ ਆਪ ਨਾਲ ਕਰਨੀਆਂ ਨੇ, ਸਾਨੂੰ ਜਿਹੜੀਆਂ ਨੇ ਪਤਾ ਲੱਗ ਸਕੇ ਸਾਡੇ ਗੁਰੂ ਨੇ ਔਰ ਕੀ ਕੀ ਸਾਡੇ ਲਈ ਜਿਹੜਾ ਕੀਤਾ ਹੈ, ਤੇ ਅਸੀਂ ਫਿਰ ਵੇਖਣਾ ਅਸੀਂ ਕੀ ਕਰ ਰਹੇ, ਅਸੀਂ ਕਿੰਨੀ ਕੁ ਵਫਾ ਕਰਦੇ ਹਾਂ। ਅਸੀਂ ਉਹਨਾਂ ਦੇ ਖੂਨ ਨੂੰ ਪਿਆਰ ਕਰਨ ਵਾਲੇ ਔਰ ਘੱਟ ਤੋਂ ਘੱਟ ਤਨ ਹੀ ਉਹੋ ਜਿਹੇ ਬਣਾ ਲਈਏ, ਸਰੀਰ ਹੀ ਉਹੋ ਜਿਹੇ ਬਣਾ ਲਈਏ ਔਰ ਉਹਨਾਂ ਨੂੰ ਫਤਿਹ ਗਜਾਉਣ ਦੇ ਕਾਬਲ ਤਾਂ ਹੋ ਜਾਈਏ। ਕੱਲੀਆਂ ਦਸਵੀਂ ਨੂੰ ਰੋਟੀਆਂ ਕੱਢ ਲੀਆਂ, ਕਹਿ ਦਿੱਤਾ ਜੀ ਸ਼ਹੀਦਾਂ ਦੀ ਰੋਟੀ ਏ, ਆਹ ਰੋਟੀ ਏ, ਉੱਥੇ ਮੱਥਾ ਟੇਕਾ ਏ। ਨਹੀਂ, ਸ਼ਹੀਦਾਂ ਨੂੰ ਦਾ ਮੰਦਰ ਬਣਾਉਣਾ ਹੈ ਨਾ, ਸ਼ਹੀਦਾਂ ਦੀ ਜਗ੍ਹਾ ਬਣਾਉਣੀ ਏ। ਆਪਣੇ ਤਨ ਨੂੰ ਬਣਾਓ, ਤਨ ਉਹੋ ਜੇ ਸਜਾਓ ਤੇ ਸ਼ਹੀਦਾਂ ਨੂੰ ਮਾਣ ਹੋਵੇਗਾ। ਜਦੋਂ ਕਿਰਪਾਨ ਪਹਿਨੀ ਹੋਈ, ਖੰਡੇ ਬਾਟੇ ਦੀ ਪਹੁ ਲਈ ਹੋਈ ਨਾ, ਤੇ ਉਦੋਂ ਸ਼ਹੀਦਾਂ ਦਾ ਸਿਰ ਫਕਰ ਨਾਲ ਉੱਚਾ ਹੋਵੇਗਾ, ਜਿਨ੍ਹਾਂ ਦੀ ਖਾਤਰ ਅਸੀਂ ਕਤਰਾ ਕਤਰਾ ਖੂਨ ਦਾ ਵਹਾਇਆ। ਦੇਖ ਜ਼ਾਲਮਾ, ਅੱਜ ਉਹ ਖਾਲਸਾ ਬਣ ਕੇ ਤੇਰੇ ਸਾਹਮਣੇ ਆਇਆ ਹੋਇਆ, ਅੱਜ ਉਹ ਫਤਿਹ ਗਜਾਉਂਦਾ ਪਿਆ। ਉਹ ਖਾਲਸੇ ਬਣੀਏ, ਗੁਰੂ ਨਾਲ ਜੁੜੀਏ, ਗੁਰੂ ਸਾਡੀ ਬੌੜੀ ਕਰੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿਗੁਰੂ ਸਾਰਿਆਂ ਨੂੰ ਸਾਨੂੰ ਸਮਤ ਦਾ ਦਾਨ ਬਖਸ਼ਿਸ਼ ਕਰਨ। ਕੱਲ ਨੂੰ ਜਿਵੇਂ ਸਰੀਰ ਸਾਂਭਿਆ ਜਾਂਦਾ ਹੈ, ਸ਼ਹੀਦੀ ਹੁੰਦੀ ਆ, ਸੀਸ ਆਉਂਦਾ ਹੈ, ਉਹਨਾਂ ਬਚਨਾਂ ਨੂੰ ਆਪਾਂ ਕੱਲ ਦੇ ਸਮੇਂ ਅੰਦਰ ਪੜ੍ਹਨ ਸੁਣਨ ਦਾ ਯਤਨ ਕਰਾਂਗੇ। ਅੱਜ ਲਈ ਇੰਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।